ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ। ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਹਉ ਵਾਰੀ ਜਿਉ ਵਾਰੀ, ਹਰ ਰਸ ਚਖ ਸਾਧ ਪਾਵਣਿਆ। ਹਰ ਰਸ ਚਾਖੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਰਹਾ ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉ ਮੈਂ ਮਾਰੇ। ਨਾਮ ਪਦਾਰਥ ਨੌ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਹਉ ਮੈਂ ਕਰੈ ਨਿਹ ਕਰਮੀ ਨਾ ਹੋਵੈ, ਗੁਰ ਪ੍ਰਸਾਦੀ ਹਉ ਮੈਂ ਹੋਵੈ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗਹਿ ਨਿਤ ਗੁਰਮੁਖ ਹੋਈ। ਇਸ਼ਨਾਨ ਕਰਹਿ ਸਦਾ ਦਿਨ ਰਾਤੀ, ਹਉ ਮੈਂ ਮੈਲ ਚੁਕਾਵਣਿਆ। ਨਿਰਮਲ ਹੰਸਾਂ ਪ੍ਰੇਮ ਪਿਆਰ, ਹਰ ਸਰ ਵਸੈ ਹਉ ਮੈਂ ਮਾਰ। ਅਹਨਿਸ ਪ੍ਰੀਤ ਸ਼ਬਦ ਸਾਚੈ, ਹਰ ਸਰ ਵਾਸਾ ਪਾਵਣਿਆ। ਮਨਮੁਖ ਸਦਾ ਬਗ ਮੈਲਾ, ਹਉ ਮੈਂ ਮਲ ਲਾਈ। ਇਸ਼ਨਾਨ ਕਰੈ ਪਰ ਮੈਲ ਨ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰੈ। ਹਉ ਮੈਂ ਮੈਲ ਚੁਕਾਵਣਿਆ। ਰਤਨ ਪਦਾਰਥ ਕਰਤੇ ਪਾਇਆ, ਪੂਰੈ ਸਤਿਗੁਰ ਸ਼ਬਦ ਸੁਨਾਇਆ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਕਟ ਚਾਨਣ ਆਪ ਪਛਾਨਣਿਆ। ਆਪ ਉਪਾਏ ਤੈਂ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਨਾਨਕ ਨਾਮ ਵਸੈ ਕਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਆਪ ਉਪਾਏ ਤੈਂ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਨਾਨਕ ਨਾਮ ਵਸੈ ਕਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸੰਗਤ ਦਾ ਇਹ ਸਮਾਂ ਓਂਟਾਰੀਓ ਖਾਲਸਾ ਦਰਬਾਰ ਵਿੱਚ ਗੁਰੂ ਹਜ਼ੂਰੀ ਅੰਦਰ ਅਸੀਂ ਮਾਣ ਰਹੇ ਹਾਂ। ਗੁਰਬਾਣੀ ਵਿਆਖਿਆਨ ਵਿੱਚ ਮਾਝ ਰਾਗ ਚੱਲ ਰਿਹਾ ਹੈ। ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਪਾਵਨ ਮੁਕਾਮੀ ਬਚਨ ਸਾਨੂੰ ਪ੍ਰਾਪਤ ਨੇ। ਅਸ਼ਟਪਦੀਆਂ ਦੇ ਬਚਨ ਨੇ। ਸ਼ਬਦ ਜੋ ਆਪਨੇ ਸਰੋਤ ਪਾਇਆ ਹੈ, ਬੀਤੇ ਚ ਦੀ ਵਿਚਾਰ ਪ੍ਰਾਰੰਭ ਕੀਤੀ ਸੀ। ਰਹਾਉ ਦੇ ਪਦੇ ਨੂੰ ਬੜੇ ਡਿਟੇਲਡ ਵੇ ਦੇ ਨਾਲ ਅਸੀਂ ਵਿਚਾਰਿਆ ਸੀਗਾ। ਅੱਜ ਯਤਨ ਹੋਏਗਾ ਰਹਾਉ ਦੇ ਬੰਦ ਤੇ ਅਸੀਂ ਇੱਕ ਸਰਸਰੀ ਨਜ਼ਰ ਪਾ ਕੇ ਉਪਰੰਤ ਰਹਿੰਦੀਆਂ ਜੋ ਪਦੇ ਨੇ ਅਗਲੇ, ਉਹਨਾਂ ਦੀ ਅਸੀਂ ਵਿਚਾਰ ਕਰੀਏ। ਗੁਰਦੇਵ ਜ਼ਿਕਰ ਕਰ ਰਹੇ ਨੇ, ਹਉ ਵਾਰੀ ਜਿਉ ਵਾਰੀ, ਹਰ ਰਸ ਚਾਖ ਹਰ ਰਸ ਚਖ ਸਾਧ ਪਾਵਣਿਆ। ਮੈਂ ਵਾਰਨੇ ਜਾਨਾ, ਮੈਂ ਕੁਰਬਾਨ ਜਾਨਾ ਉਹਨਾਂ ਮਨੁੱਖਾਂ ਤੋਂ, ਉਹਨਾਂ ਇਨਸਾਨਾਂ ਤੋਂ ਜਿਨ੍ਹਾਂ ਨੇ ਜੀਵਨ ਵਿੱਚ ਹਰੀ ਦਾ ਰਸ ਚਖਿਆ ਤੇ ਉਹਦਾ ਸਾਧ ਮਾਣਿਆ। ਹੁਣ ਇਹਨੂੰ ਸਰਲ ਕਰਕੇ ਦੇਖੀਏ ਤੇ ਗੱਲ ਇਤਨੀ ਹੈ ਕਿ ਅਧਿਆਤਮੀ ਤਲ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਪੈ ਭਾਵ ਵਿੱਚ ਰਹਿੰਦਿਆਂ ਹੋਇਆਂ ਜੀਵਨ ਦੇ ਉੱਚੇ ਡਿਸਿਪਲਨ ਨੂੰ ਫੋਲੋ ਕਰਨਾ ਤੇ ਉਹਦਾ ਇੱਕ ਰਸ ਹੈ ਜਿਹਨੂੰ ਉਹ ਆ ਗਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੈਂ ਉਹਦੇ ਤੋਂ ਕੁਰਬਾਨ ਜਾਨਾ, ਮੈਂ ਉਸ ਨੂੰ ਹਾਈਐਸਟ ਰਿਸਪੈਕਟ ਪੇ ਕਰਦਾ। ਅਗਲਾ ਬਚਨ ਸਾਹਿਬ ਨੇ ਲਿਖਿਆ, ਹਰ ਰਸ ਚਾਖੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਜਿਹੜੇ ਹਰੀ ਦਾ ਰਸ ਚੱਖਦੇ ਉਹ ਨਿਰਮਲ ਹੋ ਜਾਂਦੇ, ਮੈਲ ਰਹਿਤ।
ਨਿਰਮਲ ਨਾਮ ਧਿਆਵਣਿਆ, ਤੇ ਉਹ ਹੋ ਵੀ ਤਾਂ ਪਾਉਂਦਾ ਕਿਉਂਕਿ ਉਹਨਾਂ ਦੀ ਸੁਰਤ ਹਮੇਸ਼ਾ ਮੈਲ ਰਹਿਤ ਨਾਮ ਵਿੱਚ, ਉਹਦੇ ਅਹਿਸਾਸ ਵਿੱਚ ਰਹਿੰਦੀ। ਇਸ ਤਰ੍ਹਾਂ ਜਾਣੋ ਸੰਸਾਰ ਦੇ ਵਿੱਚ ਧੋਖਾ, ਠੱਗੀ, ਫਰੇਬ, ਝੂਠ, ਕੁਮੱਤ, ਕੁਸੱਤ ਸਭ ਤਰ੍ਹਾਂ ਦਾ ਪ੍ਰਗਟਾ ਹੈ। ਇਹ ਚਿੱਕੜ ਹੈ। ਮੋਸਟਲੀ ਸੁਰਤ ਸਾਡੀ ਇਹਦੇ ਚ ਲਬਰੇਜ਼ ਰਹਿੰਦੀ ਹੈ। ਜੇ ਕਿਸੇ ਦੀ ਸੁਰਤ ਇਸ ਤੋਂ ਬਾਹਰ ਆਵੇ ਤੇ ਅਹਿਸਾਸ ਹੋਏ ਕਿਸੇ ਦਾ ਭਲਾ ਤੇ ਹੋਏ, ਬੁਰਾ ਨਹੀਂ ਕਰਨਾ, ਕਿਤੇ ਸੱਚ ਨੂੰ ਤੇ ਫੋਲੋ ਕਰਾਂ ਪਰ ਝੂਠ ਦੇ ਰਾਹ ਤੇ ਨਹੀਂ ਤੁਰਨਾ, ਬਸ ਸਮਝੋ ਨਿਰਮਲ ਆ ਗਿਆ। ਇਹਦੇ ਲਈ ਸਭ ਤੋਂ ਸਹਾਈ ਚੀਜ਼ ਅਕਾਲ ਪੁਰਖ ਵਾਹਿਗੁਰੂ ਦੀ ਹੋਣ ਤੇ ਉਹਦਾ ਅਹਿਸਾਸ ਹੈ। ਬਾਬਾ ਜੀ ਇਹਦੀ ਗੱਲ ਕਰਦੇ ਇਹਦੇ ਵਿੱਚ। ਹੁਣ ਆ ਜੀ ਅਸੀਂ ਬਿਲਕੁਲ ਸ਼ੁਰੂਆਤੀ ਪਦੇ ਤੇ। ਮਹਾਰਾਜ ਕਹਿੰਦੇ ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਤ ਹੋਈ। ਨਿਰਗੁਣ ਸਰਗੁਣ ਆਪੇ ਸੋਈ, ਦੋ ਸ਼ਬਦ ਨੇ ਅਕਸਰ ਬਾਣੀ 'ਚ, ਦੋਨਾਂ ਦਾ ਸੁਮੇਲ ਤੁਸੀਂ ਪੜ੍ਹਦੇ ਹੋ। ਕਿਤੇ ਮਹਾਰਾਜ ਇਸ ਤਰ੍ਹਾਂ ਬਿਆਨ ਕਰਦੇ ਨੇ ਵੀ ਨਿਰਗੁਣ ਆਪ ਸਰਗੁਣ, ਸਰਗੁਣ ਪਿਯੋਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹ ਆਪ ਹੀ ਨਿਰਗੁਣ ਆ, ਉਹ ਆਪ ਹੀ ਸਰਗੁਣ ਆ। ਕਲਾ ਧਾਰ ਕਰਕੇ ਉਸਨੇ ਸਾਰਾ ਸੰਸਾਰ ਆਪਣੇ ਵਿੱਚ ਅਮਾਇਆ ਹੋਇਆ ਹੈ। ਜੇ ਇਸ ਨੂੰ ਟ੍ਰੈਡੀਸ਼ਨਲ ਉਸ ਸਾਊਥ ਏਸ਼ੀਅਨ ਸਬ ਕੰਟੀਨੈਂਟ ਦੇ ਵਿੱਚ ਅਸੀਂ ਦੇਖਦੇ ਹਾਂ, ਪੁਰਾਣੇ ਵੈਦਿਕ ਕਨਸੈਪਟ, ਸਨਾਤਨੀ ਕਨਸੈਪਟ ਜੋ ਸਾਰੇ ਦੇ ਵਿੱਚ, ਤੇ ਉੱਥੇ ਪਤਾ ਲੱਗਦਾ ਕਿ ਜਦੋਂ ਸਰਗੁਣ ਦੀ ਗੱਲ ਕੀਤੀ ਜਾਂਦੀ ਉਦੋਂ ਮੋਸਟਲੀ ਅਵਤਾਰਵਾਦੀ ਰੂਪ ਦੀ ਗੱਲ ਕੀਤੀ ਜਾਂਦੀ ਹੈ ਕਿ ਜਦੋਂ ਰੱਬ ਕਿਸੇ ਖਾਸ ਅਵਤਾਰ ਦੇ ਰੂਪ ਵਿੱਚ ਆਉਂਦਾ ਆ। ਬਾਣੀ ਇਹ ਅਹਿਸਾਸ ਕਰਾਉਂਦੀ ਹੈ ਕਿ ਉਹ ਕਰਤਾਰ ਹਰ ਵਕਤ ਮੌਜੂਦ ਆ ਤੇ ਉਹਦਾ ਕੋਈ ਸਪੈਸੀਫਿਕ ਰੂਪ ਨਹੀਂ ਗਾ। ਜਾਂ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਫਲਾਂ ਤਰੀਕ ਨੂੰ ਜਨਮਿਆ ਜਾਂ ਫਲਾਂ ਰੂਪ ਵਿੱਚ ਜਨਮਿਆ ਹੈ। ਬਾਣੀ 'ਚ ਇਹੋ ਜਿਹੇ ਬਚਨ ਅਸੀਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਕਿ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ, ਸੱਚੇ ਹੈ ਕਿ ਬੰਦਾ ਭਰਮ ਵਿੱਚ ਪਿਆ ਹੋਇਆ ਕਈ ਵਾਰੀ ਸੋਚਦਾ ਕਿ ਫਲਾਂ ਤਰੀਕ ਨੂੰ ਰੱਬ ਜਨਮਿਆ ਸੀਗਾ। ਮਹਾਰਾਜ ਕਹਿੰਦੇ ਸੱਚੇ ਹੈ ਜਨਮ ਮਰਨ ਤੇ ਰਹਿਤ ਨਾਰਾਇਣ। ਉਹ ਨਾਰਾਇਣ ਜੰਮਣ ਮਰਨ ਦੇ ਉਸ ਸੰਕਲਪ ਵਿੱਚ ਨਹੀਂ ਆਉਂਦਾ ਜੋ ਮਨੁੱਖ ਨੇ ਸਿਰਜਿਆ ਹੈ ਜਾਂ ਮਨੁੱਖ ਦੇਖਦਾ ਹੈ। ਈਵਨ ਆਪਾਂ ਮੂਲ ਮੰਤਰ ਹੀ ਪੜ੍ਹੀਏ ਤੇ ਮੂਲ ਮੰਤਰ ਦੇ ਵਿੱਚ ਜਿਹੜਾ ਵਰਡ ਆਉਂਦਾ ਨਾ ਅਜੂਨੀ, ਜੂਨਾ ਤੋਂ ਰਹਿਤ, ਉਹਨੂੰ ਕਿਸੇ ਖਾਸ ਸਪੈਸੀਫਿਕ ਇੱਕ ਪਰਟੀਕੂਲਰ ਫਾਰਮ ਜਾਂ ਸ਼ੇਪ ਵਿੱਚ ਨਹੀਂ ਵੇਖਿਆ ਜਾ ਸਕਦਾ। ਫਿਰ ਉਹਦਾ ਸਰਗੁਣ ਰੂਪ ਕੀ ਹੈ? ਜਦੋਂ ਗੁਰੂ ਨਾਨਕ ਸਾਹਿਬ ਦਾ ਆਰਤੀ ਦਾ ਸ਼ਬਦ ਜਾਂ ਆਰਤੀ ਦੇ ਟਾਈਟਲ ਹੇਠ ਵੀ ਆਉਂਦਾ ਸ਼ਬਦ, ਪਰ ਸੋਹਿਲਾ ਸਾਹਿਬ ਵਿੱਚ, ਸੋਹਿਲਾ ਸਾਹਿਬ ਦੇ ਪੈਕੇਜ ਵਿੱਚ ਵੀ ਆਉਂਦਾ। ਜਦੋਂ ਸੋਹਿਲਾ ਸਿਰਨਾਮੇ 'ਚ ਬਾਣੀ ਪੜ੍ਹਦੇ ਹਾਂ ਅਸੀਂ, ਉਹ 'ਚ ਮਹਾਰਾਜ ਉਹਦੀ ਤਸਵੀਰ ਵਿਖਾਉਂਦੇ ਵੀ ਉਹ ਕੈਸਾ ਹੈ। ਜਦੋਂ ਜਗਤ ਦੇ ਨਾਥ ਦੀ ਗੱਲ ਕਰਦੇ ਮਹਾਰਾਜ, ਤੇ ਅਸੀਂ ਸ਼ਬਦ ਪੜ੍ਹਦੇ ਹਾਂ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਹਜ਼ਾਰਾਂ ਹਜ਼ਾਰਾਂ ਅੱਖਾਂ ਉਹਦੀਆਂ ਨੇ। ਨਨ ਨੈਣ, ਨਨ ਐਗਜ਼ੈਕਟਲੀ ਐਵੇਂ ਟ੍ਰਾਂਸਲੇਟ ਹੋਏਗਾ ਜਿਵੇਂ ਇੰਗਲਿਸ਼ ਵਿੱਚ ਟ੍ਰਾਂਸਲੇਟ ਹੁੰਦਾ ਹੈ, ਮਤਲਬ ਬਿਲਕੁਲ ਨਾ ਮਾਤਰ। ਕਿਆ ਹਜ਼ਾਰਾਂ ਹੀ ਅੱਖਾਂ ਉਹਦੀਆਂ ਨੇ ਪਰ ਕੋਈ ਇੱਕ ਵੀ ਅੱਖ ਉਹਦੀ ਨਹੀਂ ਗੀ। ਇਹਦੀ ਇੰਟਰਪ੍ਰੀਟੇਸ਼ਨ ਜਦੋਂ ਜਾਈਏ ਤੇ ਮਾਇਨਾ ਕੀ ਬਣਿਆ? ਹਾਂ, ਸਭ ਅੱਖਾਂ ਦੇ ਵਿੱਚ ਜੋਤ ਹੋ ਕੇ ਤੇ ਰਵਦਾ ਆ, ਉਹ ਸਭ ਵਿੱਚ ਉਹ ਵੇਖਦਾ ਆ। ਅੱਖੀ ਅੰਦਰ ਵੇਖਦਾ ਦਰਸ਼ਨ ਵਿੱਚ ਦਿਸੇ, ਭਾਈ ਗੁਰਦਾਸ ਜੀ ਕਹਿੰਦੇ। ਪਰ ਕੋਈ ਇੱਕ ਪਰਟੀਕੂਲਰ ਅੱਖ ਕਹੇ ਕਿ ਇਹ ਰੱਬ ਦੀ ਅੱਖ ਹੈ ਤੇ ਇਹਦੀ ਪੂਜਾ ਕਰੋ, ਬਾਬਾ ਜੀ ਕਹਿੰਦੇ ਇਹ ਠੀਕ ਨਹੀਂ। ਇਸ ਤਰੀਕੇ ਨਾਲ ਅਸੀਂ ਉਹਦੇ ਸਮੁੱਚੇ ਵਜੂਦ ਨੂੰ, ਜਿਵੇਂ ਸਰੀਰ ਆ, ਸਰੀਰ ਦਾ ਇੱਕ ਹਿੱਸਾ, ਇੱਕ ਛੋਟਾ ਜਿਹਾ ਨਹੁੰ ਪੋਟਾ, ਇੱਕ ਉਂਗਲੀ, ਇਹਨੂੰ ਕਹੋ ਕਿ ਇਹ ਸਰੀਰ ਹੈ। ਇਹ ਸਰੀਰ ਦਾ ਹਿੱਸਾ ਆ, ਸਰੀਰ ਨਹੀਂ। ਸਰੀਰ ਦੀ ਇੱਕ ਇਕਾਈ ਹੈ। ਸਾਰਾ ਸਰੀਰ ਜਿਹੜਾ ਪੂਰਾ ਦਾ ਪੂਰਾ ਉਸ ਰੂਪ ਦੇ ਵਿੱਚ ਹੈ। ਇਹਨੂੰ ਬਾਬਾ ਜੀ ਨੇ ਇਸ ਤਰ੍ਹਾਂ ਵੀ ਕਿਹਾ, ਜੋ ਬ੍ਰਹਮੰਡੇ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜਿਵੇਂ ਸਾਡਾ ਪਿੰਡ ਆ ਤੇ ਪਿੰਡ ਦਾ ਇੱਕ ਹਿੱਸਾ ਪਿੰਡ ਨਹੀਂ ਹੋ ਸਕਦਾ, ਬ੍ਰਹਮੰਡ ਦਾ ਇੱਕ ਹਿੱਸਾ ਉਸ ਰੂਪ ਵਿੱਚ ਬ੍ਰਹਮੰਡ ਵੀ ਨਹੀਂ ਹੋ ਸਕਦਾ। ਉਹਨੂੰ ਸਾਰੇ ਨੂੰ ਪੈਕੇਜ ਨੂੰ ਦੇਖਣਾ ਪਏਗਾ। ਜਦੋਂ ਨਿਰੰਕਾਰ ਦੀ ਗੱਲ ਕੀਤੀ ਗਈ, ਉਹ ਵਾਕਿਆ 'ਚ ਨਿਰੰਕਾਰ ਜਿਹੜਾ ਆ ਉਹ ਨਾਰਾਇਣ ਉਸ ਸਮੁੱਚੇ ਰੂਪ ਦੇ ਵਿੱਚ ਆ। ਸਾਰੇ ਕਰਤਾਰ ਦੀ ਕੁਦਰਤ ਦੇ ਹਰ ਰੰਗ ਦੇ ਵਿੱਚ, ਹਰ ਰੇਸ਼ੇ 'ਚ ਮੌਜੂਦ ਆ।
ਪਰ ਕੋਈ ਇੱਕ ਰੇਸ਼ਾ, ਕੋਈ ਇੱਕ ਫਾਈਬਰ, ਕੋਈ ਇੱਕ ਰੰਗ ਕਹੇ ਕਿ ਇਹੀ ਰੱਬ ਆ, ਬਾਬਾ ਜੀ ਕਹਿੰਦੇ ਇੱਥੇ ਸਾਡੀ ਫਿਰ ਗੁਸਤਾਖੀ ਹੋ ਜਾਂਦੀ ਹੈ। ਇੱਥੇ ਅਸੀਂ ਫਿਰ ਆਪਣੀ ਸੋਚ ਦੀ ਕਾਣ 'ਚ ਆ ਜਾਂਦੇ ਹਾਂ। ਹਾਂ, ਸਰਗੁਣ ਵੀ ਉਹ ਹੈ, ਨਿਰਗੁਣ ਵੀ ਉਹ ਹੈ, ਤੇ ਕਲਾ ਵੀ ਉਹਨੇ ਧਾਰਨ ਕੀਤੀ ਹੈ ਸਾਰੀ। ਇਹ ਰੂਪ ਜਿਹੜਾ ਟ੍ਰੈਡੀਸ਼ਨਲ ਵੇ ਦੇ ਨਾਲ ਜਿਹੜਾ ਪੂਜਾ ਅਰਚਨਾ ਦਾ ਸੰਕਲਪ ਸੀਗਾ, ਗੁਰੂ ਮਹਾਰਾਜ ਨੇ ਉਸ ਸਾਰੇ ਨੂੰ ਤੋੜਿਆ ਆ। ਆਪਾਂ ਭਗਤਾਂ ਦੇ ਬਚਨ ਪੜ੍ਹੀਏ, ਕਿਤੇ ਉਹ ਇਸ ਤਰ੍ਹਾਂ ਬਿਆਨ ਕਰ ਰਹੇ ਨੇ ਕਿ ਜਿਹੜਾ ਹੇ ਰੱਬ ਜੀ, ਮੈਂ ਤੈਨੂੰ ਕਿਸ ਚੀਜ਼ ਦੀ ਪੂਜਾ ਕਰਾਂ, ਕਿਸ ਚੀਜ਼ ਨੂੰ ਤੇਰੇ ਜਿਹੜਾ ਹੈਗਾ ਤੇਰੇ ਸਾਹਮਣੇ ਭੇਟ ਕਰਾਂ, ਕਿਉਂਕਿ ਦੂਤ ਤਾਂ ਬਛਰੇ ਥਨੈ ਬਿਟਾਰਿਓ, ਫੂਲ ਭਵਰ ਜਲਮੀਨ ਬਗਾਰਿਓ। ਜਿਹੜੀ ਚੀਜ਼ ਮੈਂ ਵੇਖਦਾ ਹਰ ਚੀਜ਼ ਹੀ ਝੂਠੀ ਹੋਈ ਪਈ ਹੈ। ਮਤਲਬ ਰੱਬ ਨਾਲ ਸੁਚਮਤਾ ਦਾ ਲਿਆ ਗਿਆ। ਸੁਚਮਤਾ ਦਾ ਮਤਲਬ ਕੋਈ ਚੀਜ਼ਾਂ ਭੇਟ ਕਰਨੀਆਂ। ਸਾਡੇ ਘਰ ਦੇ ਵਿੱਚ ਜਿਹੜੀ ਭੇਟਾ ਆ, ਇਹ ਸੰਗਤ ਦੇ ਹਿੱਸੇ ਦੀ ਹੈ। ਸਾਡੇ ਘਰ ਦੇ ਵਿੱਚ ਜਿਹੜੀ ਸੇਵਾ ਆ, ਇਹ ਮਾਨਵਤਾ ਦੀ ਹੈ। ਸਾਡੇ ਘਰ ਦੇ ਵਿੱਚ ਜਿਹੜਾ ਸੰਕਲਪ ਆ, ਉਹ ਸਾਰੇ ਦਾ ਸਾਰਾ ਪੂਜਾ ਪ੍ਰਪਾਟੀ ਦਾ ਨਹੀਂ, ਪੂਜਾ ਤੇ ਅਕਾਲ ਦੀ ਹੈ। ਇੱਥੇ ਤੇ ਹੈ ਸ਼ਬਦ ਦਾ ਪਰਚਮ ਆ, ਤੇ ਸ਼ਬਦ ਦਾ ਪਰਚਮ ਇਹ ਹੈ ਕਿ ਇਹ ਗਿਆਨ ਆਸਥਾ ਆ। ਇਹ ਇੱਕ ਤਰ੍ਹਾਂ ਦੇ ਨਾਲ ਗਿਆਨ ਦਾ ਯੱਗ ਹੈ, ਜਿਹਦੀ ਪ੍ਰਜਵਲਨਾ ਦੇ ਵਿੱਚ ਅਸੀਂ ਆਪਣੀ ਅਟੈਂਸ਼ਨ ਦੀ ਆਹੂਤੀ ਅਰਪਿਤ ਕਰਨੀ ਹੈ, ਜਿਹਨੂੰ ਸਰਲ ਟ੍ਰੈਡੀਸ਼ਨਲ ਲੈਂਗੁਏਜ ਵਿੱਚ ਜਾ ਕੇ ਬੋਲਣਾ ਹੋਏ ਤੇ। ਜੇ ਆਪਾਂ ਆਪਣੀ ਇਕਾਗਰਤਾ ਦੀ, ਸਾਵਧਾਨ ਇਕਾਗਰ ਚੀਤ, ਉਹਦੀ ਆਹੂਤੀ ਨਹੀਂ ਦੇਵਾਂਗੇ, ਸਾਡਾ ਇਹ ਯੱਗ ਸੰਪੰਨ ਨਹੀਂ ਹੋਏਗਾ। ਇੱਥੇ ਤੇ ਗਿਆਨ ਦੀ ਜਿਹੜੀ ਸ਼ਮਾ ਆ, ਇਹਦੇ ਵਿੱਚ ਆਪਾਂ ਇਸ ਰੂਪ ਦੇ ਵਿੱਚ ਆਪਣੇ ਆਪ ਨੂੰ ਲਗਾਉਣਾ ਆ, ਆਪਣੇ ਆਪ ਨੂੰ ਐਜੂਕੇਟ ਕਰਨਾ, ਸੋਝੀ ਦੇਣੀ, ਸਮਝ ਦੇਣੀ। ਫਿਰ ਇਹਦੇ 'ਚ ਇਹ ਵੀ ਹੈ, ਕਿਉਂਕਿ ਬਾਣੀ ਇਹ ਕਹਿੰਦੀ ਹੈ ਕਿ ਉਹ ਕਰਤਾਰ ਜ਼ਰਰੇ ਜ਼ਰਰੇ 'ਚ ਰਵਣ ਕਰਦਾ ਹੈ, ਤੇ ਉਹਦੇ ਨਾਲ ਸਾਂਝ ਅਰਦਾਸ ਨਾਲ ਪਾਵ ਆਪਣੇ ਆਪ ਨਾਲ ਇੱਕ ਰਿਲੇਸ਼ਨਸ਼ਿਪ ਬਿਲਡ ਕਰਕੇ ਵੀ ਇਹ ਮਾਲਕ ਤੇਰਾ ਹੀ ਰੂਪ ਆ, ਤੇਰੇ ਵਿੱਚੋਂ ਆਇਆ, ਤੇਰੇ 'ਚ ਆ ਜਾਣਾ ਹੈ, ਤਰਸ ਕਰ, ਚੰਗੇ ਪਾਸੇ ਲੱਗਣ ਦੀ એનર્ਜੀ ਦੇ, ਸੋਝੀ ਦੇ। ਇਹ ਚੀਜ਼ ਕੀਤੀ ਗਈ ਹੈ। ਇੱਥੇ ਫਿਰ ਸਰਗੁਣ ਤੇ ਨਿਰਗੁਣ ਦੋਨਾਂ ਰੂਪਾਂ ਨੂੰ ਮਿਲਾ ਦਿੱਤਾ ਹੈ, ਮਿਕਸ ਕਰ ਦਿੱਤਾ ਗਿਆ ਹੈ। ਅਦਰਵਾਈਜ਼ ਲੋਕੀ ਕਈ ਵਾਰੀ ਨਿਰਗੁਣ ਨੂੰ ਲੱਭਦੇ ਤੇ ਸਰਗੁਣ ਨੂੰ ਤਿਰਸਕਾਰਦੇ। ਸਰਗੁਣ ਨੂੰ ਤਿਰਸਕਾਰਨਾ ਕੀ ਹੈ? ਜਿਵੇਂ ਜੋਗੀ, ਤਿਆਗੀ, ਬਰਾਗੀ, ਇਹ ਸਭ ਲੋਕ, ਇਹਨਾਂ ਕਿਹਾ ਇਹ ਸੰਸਾਰ, ਇਹ ਮੋਹ ਮਾਇਆ ਆ, ਛੱਡ ਦਿਓ ਤੇ ਆਪਾਂ ਬਾਹਰ ਚੱਲੀਏ। ਛੱਡੋਗੇ ਕਿਹਨੂੰ ਸੰਸਾਰ ਦੇ ਵਿੱਚ? ਭੈਣ ਭਰਾਵਾਂ ਨੂੰ, ਮਾਂ ਬਾਪ ਨੂੰ, ਜਿਨ੍ਹਾਂ ਨੇ ਪਾਲਿਆ ਹੋਏਗਾ, ਇਹ ਆਸ ਰੱਖ ਕੇ ਵਡੇਰੀ ਉਮਰੇ ਸਾਡੀ ਸੇਵਾ ਕਰੇਗਾ। ਛੱਡਾਂਗੇ ਕਿਹਨੂੰ? ਜੇ ਕੋਈ ਵਿਆਹ ਆਇਆ ਤੇ ਬੱਚਿਆਂ ਨੂੰ ਛੱਡ ਜਾਏਗਾ, ਤੇ ਅਲਟੀਮੇਟਲੀ ਹੋਏਗਾ ਕਿ ਆਪਣਾ ਘਰ ਤਿਆਗਤਾ, ਬੱਚੇ ਤਿਆਗਤੇ, ਮਾਂ ਬਾਪ ਤਿਆਗਤੇ, ਤੇ ਫਿਰ ਜਾ ਕੇ ਕਿਤੇ ਕੰਦਰਾਂ ਦੇ ਵਿੱਚ ਨਿਰਗੁਣ ਨੂੰ ਲੱਭ ਰਿਹਾ ਆ। ਬਾਬਾ ਜੀ ਕਿਤੇ ਕਾਣ ਹੋ ਗਈ, ਅਸਲ ਵਿੱਚ ਸਮਝ ਤੋਂ ਵਹੀਣਾ ਹੋ ਗਿਆ ਬੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਨੇ ਕਈ ਵਾਰੀ ਸ਼ਬਦ ਪੜ੍ਹਿਆ ਹੋਣਾ, ਕਾਹੇ ਰੇ ਬਨ ਖੋਜਨ ਜਾਹੀ। ਹੁਣ ਬਨਾਂ ਦੇ ਵਿੱਚ ਤੇ ਕਿਸੇ ਨਿਰਗੁਣ ਨੂੰ ਲੱਭ ਰਿਹਾ ਕਿ ਐਸੇ ਨੂੰ ਲੱਭਾਂ ਜਿਹਨੂੰ, ਜਿਹੜਾ ਰੱਬ ਹੈ ਉਸ ਦਾ ਮੈਂ ਤਸੱਵੁਰ ਧਰ ਲਵਾਂ। ਕਿਆ ਕਾਹੇ ਰੇ ਬਨ ਖੋਜਨ ਜਾਹੀ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਹੀ। ਉਹ ਸਰਬ ਨਿਵਾਸੀ ਹੈ, ਸਦਾ ਅਲੇਪਾ ਹੈ, ਤੋ ਹੀ ਸੰਗ, ਤੇਰੇ ਅੰਗ ਸੰਗ ਤੇ ਹੈ। ਪਰ ਉਹ ਅੰਗ ਸੰਗ ਸਮਝ ਕਿਵੇਂ ਆਵੇ? ਇਹਨੂੰ ਇੱਕ ਲੈਵਲ ਤੇ ਹੋਰ ਦੇਖੀਏ। ਅਸੀਂ ਸ਼ਬਦ ਪੜ੍ਹਦੇ ਹਾਂ ਬਾਣੀ ਦੇ ਵਿੱਚ, ਕਿਉਂਕਿ ਨਿਰਗੁਣ ਸਰਗੁਣ ਸੁਰਤ ਦੇ ਅਹਿਸਾਸ ਵਿੱਚ ਹੀ ਆਉਣਾ ਆ। ਬਾਬਾ ਜੀ ਕਹਿੰਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਇਹਦੇ ਆਪ ਰਹਾਉ ਦੇ ਪਦ ਵਿੱਚ ਦੇਖ ਰਹੇ ਸੀਗੇ, ਮਹਾਰਾਜ ਬਿਆਨ ਕਰ ਰਹੇ ਸੀਗੇ ਕਿ ਹਰ ਰਸ ਚਾਖੈ ਸੇਜਨ ਨਿਰਮਲ, ਨਿਰਮਲ ਨਾਮ ਤੇ ਆਵਣਿਆ। ਨਿਰਮਲ ਨਾਮ, ਜਿਹੜੀ ਮੈਲ ਦਾ ਸੰਕਲਪ ਆ ਨਾ, ਇਹ ਬੜਾ ਡਿਟੇਲਡ ਵੇ ਨਾਲ ਤੁਸੀਂ ਸ਼ਾਸਤਰਾਂ 'ਚ ਜਾਂ ਤੁਸੀਂ ਸ਼ਬਦਕੋਸ਼ ਜਾਓਗੇ ਤੇ ਕਮਾਲ ਹੋ ਜਾਏਗੀ। ਕਿਉਂਕਿ ਕਿਉਂ ਨਹੀਂ ਉਹ ਚੀਨਿਆ ਜਾਂਦਾ? ਮਤਲਬ ਕਿਹੜੀ ਚੀਜ਼ ਹੈ ਜਿਹੜੀ ਉਹਦੇ, ਜਿਹਨੂੰ ਸਾਹਿਬ ਨੇ ਕਿਹਾ ਕਿ
ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ। ਉਹ ਕੂੜ ਦੀ ਕਿਹੜੀ ਪਾਲ ਆ, ਕਿਹੜਾ ਪਰਦਾ ਜਿਹੜਾ ਲੈ ਨਹੀਂ ਰਿਹਾ। ਹੁਣ ਇਸ ਤਰ੍ਹਾਂ ਜਾਣੋ ਕਿ ਜਿਵੇਂ ਬਾਬਾ ਕਬੀਰ ਜੀ ਦਾ ਇੱਕ ਬਚਨ ਹੋਰ ਲੈ ਲਈਏ ਨਾਲ, ਮਾਫੀ ਚਾਹਾਂਗਾ ਥੋੜੀ ਜਿਹੜੀ ਹੈਗੀ ਹੈ ਵਿਸਥਾਰ 'ਚ ਤੇ ਥੋੜੀ ਗਹਿਰੀ ਬਾਤ ਹੋ ਰਹੀ ਹੈ, ਆਸ ਕਰਾਂਗੇ ਪਕੜ 'ਚ ਰਹੇ। ਬਾਬਾ ਕਬੀਰ ਜੀ ਬਿਆਨ ਕਰਦੇ, ਕਬੀਰ ਮਨ ਨਿਰਮਲ ਭਇਓ ਜੈਸੇ ਗੰਗਾ ਨੀਰ। ਮੇਰਾ ਮਨ ਨਿਰਮਲ ਹੋ ਗਿਆ, ਮੈਲ ਰਹਿਤ। ਮੈਲ ਇਹਦੀ ਵਿਆਖਿਆ ਪੜ੍ਹੀਏ ਤੇ ਇਹ ਵੈਸੇ ਤੇ ਕਈ ਰੂਪਾਂ ਦੇ ਵਿੱਚ ਹੈ, ਪਰ ਮੋٹے ਰੂਪ ਦੇ ਵਿੱਚ ਇਹਦੇ ਤਿੰਨ ਜਿਹੜੀਆਂ ਨੇ ਵਿਆਖਿਆਵਾਂ ਬਣਦੀਆਂ। ਪਹਿਲੀ ਵਿਆਖਿਆ ਇਹ ਹੈ ਕਿ ਤੁਸੀਂ ਪਾਣੀ ਦੇਖੋਗੇ ਤੇ ਪਾਣੀ ਵਿੱਚੋਂ ਸਾਡਾ ਅਕਸ਼ ਦਿਸਣਾ ਚਾਹੀਦਾ ਹੈ, ਪਰ ਜੇ ਪਾਣੀ ਗੰਦਾ ਹੋਏ, ਉਹਦੇ 'ਚ ਮਿੱਟੀ ਘੁਲੀ ਹੋਏ, ਤੇ ਫਿਰ ਉਹ 'ਚੋਂ ਅਕਸ਼ ਨਹੀਂ ਦਿਸਦਾ। We are not able to see ourselves in actually you can say in water, ਜਿਹੜੀ ਉਹਦੀ ਬਿੰਬ ਨਹੀਂ ਵੇਖ ਸਕਦੇ। ਠੀਕ ਹੈ ਜੀ, ਇਹ ਮੈਲਾ ਆ, ਮਨ ਦੀ ਦਸ਼ਾ ਐਸੀ ਹੁੰਦੀ ਹੈ, ਬੰਦੇ ਨੂੰ ਕੋਈ ਅਹਿਸਾਸ ਨਹੀਂਗਾ। ਸਾਡੇ 'ਚੋਂ ਬਹੁਤਿਆਂ ਨੂੰ ਤੇ ਮਤਲਬ ਮਾਫੀ ਚਾਹਾਂਗਾ, ਮੈਂ ਵੀ ਵਿੱਚ ਸ਼ਾਮਲ ਹਾਂ, ਸਾਨੂੰ ਲੱਗਦੇ ਨਹੀਂ ਵੀ ਅਸੀਂ ਰੱਬ ਦੀ ਜ਼ਾਤ ਹੈ, ਰੱਬ ਦੀ ਜੋਤ ਸਾਡੇ ਅੰਦਰ ਹੈ, ਕਿਉਂਕਿ ਬਿਲਕੁਲ ਮੈਲ ਹੈ ਉਹ ਸਾਰੀ। ਚਲੋ ਪਹਿਲੀ ਕੰਡੀਸ਼ਨ ਉਹਨੂੰ ਸਾਫ਼ ਕਰ ਲਿਆ ਗਿਆ, ਹੁਣ ਦਿਸ ਜਾਏਗਾ, ਹੁਣ ਵੀ ਨਹੀਂ ਦਿਸੇਗਾ। ਵਕਾਰਾਂ ਤੋਂ, ਬੈਡ ਡੀਡਸ ਤੋਂ, ਸਭ ਕਾਸੇ ਤੋਂ ਮੁਕਤ ਹੋ ਗਿਆ, ਪਾਣੀ ਸਾਫ਼ ਹੋ ਗਿਆ, ਤੇ ਹੁਣ ਇਹਦੇ ਚੋਂ ਅਕਸ਼ ਦਿਸਣਾ ਚਾਹੀਦਾ, ਪਰ ਹੁਣ ਵੀ ਨਹੀਂ ਦਿਸਦਾ। ਕਿਉਂ? ਕਿਉਂਕਿ ਹੁਣ ਚੰਚਲ ਹੋ ਗਿਆ, ਹਵਾ ਚੱਲ ਗਈ ਹੈ, ਲਹਿਰਾਂ ਉੱਠ ਗਈਆਂ। ਇਹ ਹੋ ਗਿਆ, ਹੁਣ ਵੀ ਬਾਤ ਨਹੀਂ ਬਣੇਗੀ। ਚਲੋ ਠੀਕ ਹੈ, ਕਿਸੇ ਤਰੀਕੇ ਨਾਲ ਲਹਿਰਾਂ ਵੀ ਰੁਕ ਜਾਣ, ਕਿਉਂਕਿ ਇਹ ਸਾਰੀ ਕੰਡੀਸ਼ਨ ਹੀ ਹੈ ਸਾਡੇ ਅੰਦਰ ਦੀ। ਫਿਰ ਬੰਦਾ ਕਿ ਹੁਣ ਤੇ ਦਿਸੇਗਾ, ਹਾਂ ਦਿਸੇਗਾ, ਬਾਹਰ ਬਹੁਤ ਹਨੇਰਾ ਹੋ ਜਾਏ, ਪਾਣੀ ਵੀ ਸਾਫ਼ ਹੈ, ਤੁਸੀਂ ਵੀ ਵੇਖਣਾ ਚਾਹੁੰਦੇ ਹੋ, ਪਰ এনवायरमेंट ਸਾਥ ਨਹੀਂ ਦੇ ਰਿਹਾ। ਹਾਲਾਤ ਇਹੋ ਜਿਹੇ ਬਣ ਰਹੇ ਨੇ ਕਿ ਬੰਦਾ ਚਾਹ ਕੇ ਵੀ ਨਹੀਂ ਵੇਖ ਪਾ ਰਿਹਾ। ਇਹ ਰੂਪ ਜਿਹੜਾ ਇਸ ਸਾਰੇ ਦੇ ਵਿੱਚ ਕਰਤਾਰ ਤੇ ਕਰਤਾਰ ਦੀ ਕੁਦਰਤ ਵੀ ਮਦਦਗਾਰ ਹੁੰਦੀ, ਸਰਗੁਣ ਵੀ ਹੈ ਤੇ ਨਿਰਗੁਣ ਵੀ ਹੈ, ਪਰ ਬੰਦਾ ਵੇਖ ਨਹੀਂ ਪਾ ਰਿਹਾ। ਇਹਨੂੰ ਇਸ ਤਰ੍ਹਾਂ ਜਾਣੋ, ਹੋਰ ਸਰਲ ਕਰ ਲਈਏ। ਰੱਬ ਦੀ ਪੂਜਾ ਕਰਨ ਵਾਸਤੇ ਆਪਾਂ ਘਰੋਂ ਨਿਕਲੇ, ਸਮਾਜ ਵਿੱਚੋਂ ਨਿਕਲੇ, ਸੰਸਾਰ ਵਿੱਚੋਂ ਨਿਕਲੇ, ਤੇ ਜਿਹੜਾ ਘਰ ਦੇ ਵਿੱਚ ਬੱਚਾ ਖੇਡਦਾ ਹੈ, ਉਹਦੇ 'ਚ ਰੱਬ ਨਹੀਂ ਦਿਸਦਾ ਸਾਨੂੰ। ਕਮਾਲ ਨਹੀਂ ਹੋਗੀ ਵੈਸੇ। ਜਿਹੜੀ ਮਾਂ, ਜਿਹੜੇ ਪਿਤਾ ਨੇ ਆਪਣਾ ਜੀਵਨ ਐਫਰਟ ਪਾ ਕੇ ਪਾਲਿਆ, ਸੰਭਾਲਿਆ, ਉਹਦੇ 'ਚੋਂ ਰੱਬ ਨਹੀਂ ਦਿਸਦਾ। ਉਹ ਸਮਾਜ ਦੇ ਆਲੇ, ਗੁਰੂ ਸਾਹਿਬ ਕਹਿੰਦੇ, ਕਾਹੇ ਰੇਬਨ ਖੋਜਣ ਜਾਹੀ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਹੀ ਪੂਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹ ਜੈਸੇ ਛਾਈ। ਉਹ ਕੀ ਬਣ ਗਿਆ ਤੈਨੂੰ? ਨਾ ਤੈਨੂੰ ਨਿਰਗੁਣ ਦਿਸਦਾ, ਨਾ ਤੈਨੂੰ ਸਰਗੁਣ ਦਿਸਦਾ। ਇਹ ਬੰਦੇ ਦੀ ਹਾਲਤ ਇਸ ਰੂਪ ਦੇ ਵਿੱਚ ਹੈ। ਇਹ ਮੌਲਿਕ ਸਮੱਸਿਆ ਹੈ। ਇਸ ਕਰਕੇ ਮੈਂ ਪਹਿਲਾਂ ਬੇਨਤੀ ਕੀਤੀ ਕਿ ਗਿਆਨ ਦਾ ਅੱਗੇ ਜਿੱਥੇ ਆਪਾਂ ਬੈਠੇ ਆ, ਜੇ ਅਸੀਂ ਇਹਦੇ ਵਿੱਚੋਂ ਨਹੀਂ, ਆਪਣੀ ਇਸ ਕੁਠਾਲੀ ਚੋਂ ਸੁਰਤ ਨੂੰ ਪਾ ਕੇ ਨਹੀਂ ਕੱਢਾਂਗੇ, ਅਸੀਂ ਨਹੀਂ ਪਕੜ ਪਾਵਾਂਗੇ ਗੁਰੂ ਨਾਨਕ ਦੇ ਰਾਹ ਨੂੰ, ਅਸੀਂ ਨਹੀਂ ਪਕੜ ਪਾਵਾਂਗੇ ਗੁਰੂ ਸਾਹਿਬ ਦੀ ਉਸ ਸੋਝੀ ਨੂੰ ਜਿਹੜੀ ਸਾਡੇ ਜੀਵਨ ਵਿੱਚ ਰਵਣ ਕਰੇ ਤੇ ਸਾਨੂੰ ਉਹਦਾ ਅਹਿਸਾਸ ਹੋਏ, ਜਿਹੜਾ ਗੁਰੂ ਸਾਹਿਬ ਅਹਿਸਾਸ ਕਰਾਉਣਾ ਚਾਹੁੰਦੇ, ਜਿਹਨੂੰ ਸਾਨੂੰ ਵਿਖਾਉਣਾ ਚਾਹੁੰਦੇ। ਪਰ ਜੇ ਸਮਾਜ 'ਚ ਅੱਜ ਵੀ ਤੁਸੀਂ ਦੇਖੋ, ਪੀਪਲ ਯੂ ਕੈਨ ਐਕਚੁਅਲੀ ਸੀ ਸੋ ਮੈਨੀ ਪੀਪਲ who are claiming we renounce this world, and people usually pay a lot of respect toward them. Wow, they are saintly people. ਮਤਲਬ ਇਸ ਰੂਪ ਵਿੱਚ ਬਾਬਾ ਜੀ ਕਹਿੰਦੇ ਹੱਦ ਹੋ ਗਈ। ਇਹ ਕਿਵੇਂ? ਨਿਰਗੁਣ ਸਰਗੁਣ ਦੋਨਾਂ ਦਾ ਰੂਪ ਸੰਸਾਰ ਹੈ, ਕਾਇਨਾਤ ਦੀ ਕਰਤਾਰੀ ਕੁਦਰਤ ਦਾ ਇਹ ਰੰਗ ਆ। ਇਹਨੂੰ ਅਹਿਸਾਸ ਵਿੱਚ ਪਾਓ, ਸੁਰਤ 'ਚ ਪਾਓ। ਇਹ ਸਾਰੇ ਨੂੰ ਮਹਾਰਾਜ ਨੇ ਇੱਥੇ ਬਿਆਨ ਕੀਤਾ, ਕਹਿੰਦੇ ਸੱਚ ਇਹ ਹੈ, ਨਿਰਗੁਣ ਸਰਗੁਣ ਆਪੇ ਸੋਈ
ਤਤ ਪਛਾਣੈ ਸੋ ਪੰਡਤ ਹੋਈ। ਇੱਥੇ ਪੰਡਤ ਜਾਤੀ ਸੂਚਕ ਨਹੀਂਗਾ, ਇੱਥੇ ਪੰਡਤ ਵਿਦਵਤਾ ਦੇ ਵਿੱਚ, ਗਿਆਨ ਦੇ ਵਿੱਚ, ਸੋਝੀ ਦੇ ਵਿੱਚ ਜਿਹੜਾ ਬਿਲਕੁਲ ਪੂਰੀ ਤਰ੍ਹਾਂ ਕਹਿ ਲਓ ਕਿ ਪਰਨਾਇਆ ਗਿਆ, ਉਹਦੀ ਬਾਤ ਹੋ ਰਹੀ ਹੈ। ਸਾਨੂੰ ਇਸ ਕਿਸਮ ਦਾ, ਜਿਵੇਂ ਸਾਹਿਬ ਬਿਆਨ ਕਰਦੇ ਵੀ ਕਾਜੀ ਸੋ ਜੋ ਉਲਟੀ ਕਰੈ, ਮਤਲਬ ਕਾਜੀ ਉਹ ਨਹੀਂਗਾ ਜਿਹੜਾ ਕਲਮਾ ਪੜ੍ਹ ਕੇ ਕਾਜੀ ਬਣ ਗਿਆ, ਨਾ ਨਾ ਨਾ, ਕਾਜੀ ਉਹ ਹੈ। ਆਮ ਕਰਕੇ ਆਪ ਨੇ ਜੇ ਦੇਖਿਆ ਹੋਏਗਾ ਤੇ ਇਸਲਾਮਿਕ ਸਕੂਲ ਆਫ ਥਾਟ ਜਿਹੜਾ ਆ, ਆਰੀਅਨ ਸਕੂਲ ਆਫ ਥਾਟ ਨੂੰ ਪੜ੍ਹੋ ਤੁਸੀਂ, ਉਹਦੇ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਜਦੋਂ ਵੀ ਕਿਤੇ ਕੋਈ ਇਬਾਦਤ ਕੀਤੀ ਜਾਂਦੀ, ਜਦੋਂ ਵੀ ਕੋਈ ਕਿਸੇ ਕਿਸਮ ਦੇ ਨਾਲ ਪੂਜਾ ਅਰਚਨਾ ਹੁੰਦੀ, ਤੇ ਉਹਦੇ ਵਿੱਚ ਹੱਥ ਜੋੜੇ ਜਾਂਦੇ। ਜਦੋਂ ਤੁਸੀਂ ਬਿਲਕੁਲ ਇਸਲਾਮਿਕ ਸਕੂਲ ਚ ਆਓਗੇ, ਉੱਥੇ ਹੱਥ ਖੋਲ ਦਿੱਤੇ ਜਾਂਦੇ। ਜੇ ਆਮ ਕਰਕੇ ਇਹ ਹੁੰਦਾ ਕਿ ਆਰੀਅਨ ਸਕੂਲ ਦੇ ਵਿੱਚ ਵੀ ਵੈਸੇ ਜੇ ਕੇਸਾਂ ਦੀ ਤੇ ਕਦਰ ਸ਼ੁਰੂਆਤ ਤੋਂ ਰਹੀ, ਬਾਅਦ ਵਿੱਚ ਕਲਚਰ ਬਦਲਿਆ ਜਿਵੇਂ ਜਿਵੇਂ, ਪਰ ਜੇ ਕਿਤੇ ਖਾਸ ਕਰਕੇ ਮੈਸਕੂਲਨ ਜਿਹੜਾ ਜੈਂਡਰ ਆ, ਉਹਦੇ ਫੇਸ਼ੀਅਲ ਹੇਅਰ ਰਿਮੂਵ ਵੀ ਕਰਨੇ ਪਏ ਆ, ਕਰ ਦਿੱਤੇ, ਤੇ ਉਹ ਇਹ ਤੇ ਕਰ ਦਿੱਤੇ, ਪਰ ਮਤਲਬ ਜਿਹੜਾ ਮੁਸਤਾਸ਼ ਵਾਲਾ ਪੱਖ ਹੈ ਇਹ ਰਿਮੂਵ ਨਹੀਂ ਕੀਤਾ। ਜੋ ਸੀ ਬਿਲਕੁਲ ਦੇਖੋਗੇ इस्लामिक आइडियोलॉजी वही रिमूव करने के बाकी रख लेंगे, बिल्कुल उल्ट दूसरे पासे। आप एहसास करोगे दुनिया का हर लिखाई, हर किताब ऑलमोस्ट इधरों इधर ਨੂੰ ਚੱਲਦੀ ਹੈ, ਉਹ ਇਧਰੋਂ ਇਧਰੋਂ ਚੱਲਦੀ ਹੈ, ਇਸ ਤਰ੍ਹਾਂ ਖੁੱਲਦੀ ਹੈ। ਇਸ ਤਰੀਕੇ ਨਾਲ ਉਲਟੀ ਕਰਾ ਹੈ। ਕੱਲਾ ਸਿਰਫ ਪੁੱਜ ਪ੍ਰਾਰਥਨ ਜਾਂ ਪੁਰਾਣੀਆਂ ਟ੍ਰੈਡੀਸ਼ਨਸ ਤੋਂ ਉਲਟ ਕੇ ਕੋਈ ਕਾਜੀ ਨਹੀਂ ਬਣ ਜਾਂਦਾ। ਜੀਵਨ ਵਿੱਚ ਆਪਣੇ ਮਨ ਨੂੰ ਉਲਟ, ਵਕਾਰ ਤੋਂ ਨਿਰੰਕਾਰ ਵਾਲੇ ਪਾਸੇ, ਤਾਂ ਕਾਜੀ ਬਣੇਗਾ। ਮਤਲਬ ਕਿੰਨੀ ਪ੍ਰੈਕਟੀਕਲ ਵੇ ਨਾਲ ਪਰਿਭਾਸ਼ਾ ਦਿੱਤੀ ਗੁਰੂ ਸਾਹਿਬ ਨੇ। ਪੰਡਤ ਦੀ ਪਰਿਭਾਸ਼ਾ ਪਾਣੀ ਚਾਹੀਏ। ਸਾਹਿਬ ਕਹਿੰਦੇ ਪੰਡਿਤ ਸੋ ਜੋ ਮਨ ਪਰ ਬੋਧ ਹੈ, ਰਾਮ ਨਾਮ ਆਤਮ में शोध है। उस पंडित को सदा आदेश नमस्कार है, ਉਹਦਾ ਤੇ ਬੜਾ ਸਤਿਕਾਰ ਹੈ, ਪਰ ਹੋਏ ਇਸ ਰੂਪ ਦੇ ਵਿੱਚ। ਇੱਥੇ ਜਿਹੜਾ ਜ਼ਿਕਰ ਆ ਰਿਹਾ ਹੈ, ਸਾਹਿਬ ਕਹਿੰਦੇ ਤਤ ਪਛਾਣੇ ਸੋ ਪੰਡਿਤ ਹੋਏ, ਜਿਹੜਾ ਇਸ ਤਤ ਨੂੰ ਪਹਿਚਾਨ ਲਵੇ, ਜਿਹਨੂੰ ਅਹਿਸਾਸ ਹੋਏ। ਉਹਦੀਆਂ ਤੇ ਸ਼ਕਲਾਂ ਸੂਰਤਾਂ ਮੂਰਤਾਂ ਨੇ ਸਾਰੇ ਦੀਆਂ ਸਾਰੀਆਂ। ਜੇ ਇਹਨਾਂ ਸ਼ਕਲਾਂ ਸੂਰਤਾਂ ਮੂਰਤਾਂ ਨੂੰ ਅਸੀਂ ਦੇਖਾਂਗੇ ਤੇ ਇਹਨਾਂ ਚੋਂ ਸਾਨੂੰ ਰੱਬ ਦਾ ਅਹਿਸਾਸ ਹੋਏ, ਸਾਨੂੰ ਨਜ਼ਰ ਆਵੇ ਹਰ ਅੱਖ ਚੋਂ ਬੈਠਾ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਈ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਉਹਦੀ ਹੀ ਰੋਸ਼ਨੀ ਵਿੱਚ ਹਰ ਇੱਕ ਚੀਜ਼ ਜਿਹੜੀ ਹੈ ਉਹ ਰੋਸ਼ਨ ਹੋ ਰਹੀ ਹੈ। ਉਹ ਆਪ ਹੀ ਚਾਰ ਚੁਫੇਰੇ ਰੂਪ ਧਾਰ ਕੇ ਬੈਠਾ ਆ। ਪਰ ਮਨ ਦੇ ਵਲਵਲੇ, ਜਿਵੇਂ ਮੈਂ ਕਿਹਾ ਲਹਿਰਾਂ, ਮਨ ਦੀ ਮੈਲ, ਨੇਰ ਤੇਰ, ਈਰਖਾ ਦੁਆਖ, ਇਹ ਕਿੱਥੇ ਵੇਖਣ ਦੇਂਦੀ। ਪੜ ਗੁਜਰਿਆਂ, ਕਰ ਗੁਜਰਿਆਂ, ਅਜੀਬ ਤਰ੍ਹਾਂ ਦੀ ਜਿਹੜੀ ਹੈ ਜੀਵਨ ਆਪਨ ਦੀ ਬਾਤ ਆ। ਤੇ ਸਾਰੇ ਦੇ ਵਿੱਚ ਜਿਹੜੀ ਪੂਜਾ ਅਰਚਨਾ ਆ, ਇਹ ਬੜੀ ਅਪੀਲ ਕਰਦੀ। ਬੰਦੇ ਨੂੰ ਲੱਗਦਾ ਕਿ ਚਲੋ ਅੱਧਾ ਘੰਟਾ 20 ਮਿੰਟ 15 ਮਿੰਟ ਕਿਤੇ ਲਾਏ, ਕੋਈ ਸਪੈਸੀਫਿਕ ਐਕਟੀਵਿਟੀ ਕੀਤੀ, ਐਂਡ ਉਹ ਸਾਰੇ ਤੋਂ ਸੈਟਿਸਫਾਈਡ ਹੋ ਗਿਆ ਕਿ ਆਈ ਹੈਵ ਡਨ ਸਮਥਿੰਗ ਪੂਜਾ ਦੇ ਨਾਂ ਦੇ ਵਿੱਚ। ਤੇ ਉਹ ਸਾਰੇ ਨੂੰ ਗੁਰੂ ਮਹਾਰਾਜ ਕਹਿੰਦੇ ਕਿ ਇਹ ਕਰੀ ਜਾ, ਤੂੰ ਉਮਰਾਂ ਲਾ ਕੇ ਕਰੀ ਜਾ, ਇਹਦੇ ਨਾਲ ਕੀ ਫਰਕ ਪਏਗਾ, ਮਨ ਦੀ ਦੁਨੀਆ ਨਾ ਬਦਲੇਗੀ ਤੇਰੀ।
ਇਸੇ ਲਈ ਸਮਾਜ ਦੇ ਵਿੱਚ ਆਪਾਂ ਦੇਖੀਏ ਤੇ ਡੇ ਬਾਈ ਡੇ ਨਿਘਾਰ ਵਧ ਰਿਹਾ ਹੈ। ਗੁਰੂ ਅਮਰਦਾਸ ਸਾਹਿਬ ਨੇ ਦੀ ਬਾਤ ਸਿੱਧੇ ਤੌਰ ਤੇ ਕੀਤੀ, ਦੇਖ ਮੈਂ ਤੈਨੂੰ ਅਸਲ ਵਿਦਵਤਾ ਦਾ ਦਾਮਨ ਫੜਾਉਣਾ ਚਾਹੁੰਦਾ, ਤਤ ਪਛਾਣੈ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਤਾਰੈ। ਐਸੀ ਸੋਚ ਰੱਖਣ ਵਾਲਾ ਬੰਦਾ ਆਪ ਤਰ ਜਾਂਦਾ, ਸਗਲੇ ਕੁਲ ਪਤਾ ਨਹੀਂ ਕਿੰਨੀਆਂ ਕੁਲਾਂ ਤਾਰ ਜੇਗਾ। ਧਰਤੀ ਤੇ ਅੱਜ ਵੀ ਜੇ ਆਪਾਂ ਅਹਿਸਾਸ ਕਰੀਏ ਤੇ ਜਿਹੜੀ ਓਨੈਸਟ ਅਪਰੋਚ ਹੈ ਜ਼ਿੰਦਗੀ ਬਾਰੇ, ਸੰਸਾਰ ਬਾਰੇ, ਆਲੇ ਦੁਆਲੇ ਬਾਰੇ, ਐਥਿਕਸ ਦੇ ਉੱਤੇ ਜਿਹੜੇ ਲੋਕ ਖੜੇ ਨੇ, ਉਹਨਾਂ ਕਰਕੇ ਸਮਾਜ ਸੰਸਾਰ ਚੱਲਦਾ ਆ। ਹੁਣ ਆਪਾਂ ਗੱਲ ਕਰਦੇ ਹੈਗੇ ਆ ਜਿਵੇਂ ਸੰਸਾਰ ਦੇ ਵਿੱਚ ਵੰਡਣਾ, ਸ਼ੇਅਰ ਕਰਨਾ। ਕੋਈ ਵਿਦਿਆ ਪੜ੍ਹਦਾ ਆ, ਉਹ ਵਿਦਿਆ ਪੜ੍ਹ ਕੇ ਇਮਾਨਦਾਰੀ ਨਾਲ ਅੱਗੇ ਵਿਦਿਆ ਵੰਡਦਾ ਆ, ਵਿਦਿਆ ਪ੍ਰਵਿਰਤ ਹੁੰਦੀ ਹੈ। ਅੱਜ ਇਨੋਵੇਟਿਵ ਵਰਲਡ 'ਚ ਆ ਨਾ ਅਸੀਂ, ਇੱਥੋਂ ਅੱਗੇ ਚੀਜ਼ਾਂ ਚੱਲਦੀਆਂ। ਕੋਈ ਸ਼ਖਸ ਕਿਸੇ ਦੀ ਸ਼ਕਲ ਸੂਰਤ ਰੂਪ ਵੇਖਣ ਤੋਂ ਬਿਨਾਂ ਉਹਨੂੰ ਸਕੂਲਾਂ ਵਿੱਚ ਪੜ੍ਹਾਉਂਦਾ ਆ। ਇਹ ਸਭ ਚੀਜ਼ਾਂ ਸਮਾਜ ਦਾ ਇਹ ਰੂਪ ਚੱਲਦਾ ਇਸ ਤਰੀਕੇ ਨਾਲ। ਪਰ ਕਿਤੇ ਕਿਤੇ ਅਸੀਂ ਕਾਣ ਵੀ ਦੇਖਦੇ ਹਾਂ। ਜਿੱਥੇ ਕਾਣ ਹੁੰਦੀ ਉੱਥੇ ਬੰਦਾ ਆਪ ਵੀ ਦੁੱਖ ਭੋਗਦਾ, ਦੂਜੇ ਨੂੰ ਵੀ ਦੁੱਖ ਭੋਗਣ ਵਾਸਤੇ ਮਜਬੂਰ ਕਰਦਾ। ਗੁਰੂ ਮਹਾਰਾਜ ਕਹਿੰਦੇ ਉਸ ਕਾਣ ਨੂੰ ਅਸੀਂ ਕਿਵੇਂ ਐਡਰੈਸ ਕਰ ਸਕਦੇ ਹਾਂ? ਜਦੋਂ ਅਸੀਂ ਰੱਬ ਦੇ ਸਰੂਪ ਨੂੰ ਸਭ ਵਿੱਚ ਵੇਖਾਂਗੇ, ਨਿਰਗੁਣ ਸਰਗੁਣ ਉਸ ਰੂਪ ਦੇ ਵਿੱਚ। ਉਹਦੀ ਬਾਤ ਕਰਦਿਆਂ ਹੋਇਆਂ ਮਹਾਰਾਜ ਨੇ ਇੱਥੇ ਬਿਆਨ ਕੀਤਾ ਕਿ ਭਾਈ ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਤੇ ਇਹੀ ਹਰੀ ਨਾਮ ਨੂੰ ਮਨ ਵਿੱਚ ਵਸਾਉਣ ਦੀ ਗੱਲ ਆ। ਹੁਣ ਆ ਜੀ ਅਗਲਾ ਬਚਨ, ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ। ਨਿਹ ਕਰਮੀ ਮਤਲਬ ਇਹਨੂੰ ਸਿੰਪਲ ਟਰਾਂਸਲੇਸ਼ਨ ਕਰਦੇ ਹਾਂ ਤੇ ਪਤਾ ਲੱਗਦਾ ਹੈ ਕਿ ਅਸੀਂ ਕਹਿ ਦਈਏ ਕਿ ਜਿਹੜਾ ਬੰਦਾ ਕਰਮ ਨਹੀਂ ਕਰਦਾ। ਇੱਥੇ ਕਰਮ ਦਾ ਮਤਲਬ ਧਰਮ ਕਰਮ ਨੂੰ ਸਪੈਸੀਫਿਕਲੀ ਕਿਤੇ ਕਿਸੇ ਰੂਪ ਵਿੱਚ ਲੈ ਕੇ ਜਾਣਾ। ਸੌਰੀ ਟੂ ਸੇ, ਸਭ ਦਾ ਆਪੋ ਆਪਣਾ ਬਿਲੀਵ ਹੈ, ਸਭ ਨੂੰ ਮੁਬਾਰਕ ਹੈ, ਅਸੀਂ ਕਿਸੇ ਦੇ ਉਸ ਲੈਵਲ ਤੇ ਬਾਤ ਨਹੀਂ ਕਰਦੇ। ਪਰ ਜਿਵੇਂ ਸਮਾਜ ਨੂੰ ਭਰਮ ਵਿੱਚ ਪਾਉਣਾ ਹੋਏ ਤੇ ਕੀ ਹੋ ਸਕਦਾ ਆ। ਮੈਨੂੰ ਯਾਦ ਆ ਬਹੁਤ ਸਾਲ ਪਹਿਲਾਂ ਮੈਂ ਇੱਕ ਬੜੇ ਨਾਮਵਰ ਸਕਾਲਰ ਬੰਦੇ ਨੂੰ ਇੰਡੀਆ ਟੀਵੀ ਤੇ ਸੁਣ ਰਿਹਾ ਤੇ ਉਹ ਸ਼ਖਸ ਕੁਝ ਦੱਸ ਰਿਹਾ, ਇੱਕ ਤਰ੍ਹਾਂ ਦਾ ਰਿਚੁਅਲ ਐਕਸਪਲੇਨ ਕਰ ਰਿਹਾ ਆਪਣੇ ਬਿਲੀਵ ਕਰਨ ਵਾਲਿਆਂ ਨੂੰ। ਤੇ ਉਹ ਕਹਿੰਦਾ ਕਿ ਪੂਰਨਮਾਸ਼ੀ ਦੇ ਦਿਨ ਕੁਛ ਰਾਤ ਨੂੰ ਇਸ ਤਰੀਕੇ ਨਾਲ ਕਰਾ ਕੇ ਕੁਝ ਚੌਲਾਂ ਦੇ ਦਾਣੇ ਪਾ ਕੇ ਇੱਕ ਦੀਵਾ ਇਸ ਤਰ੍ਹਾਂ ਬਾਲਿਆ ਜਾਏ, ਆਹ ਚੀਜ਼ ਹੋ ਜਾਂਦੀ। ਕੁਛ ਸਿੱਧੀ ਦੱਸ ਰਿਹਾ, ਠੀਕ ਹੈ ਜੀ। ਉਹ ਸਾਰੀ ਬਿਆਨ ਕਰਕੇ ਸਾਰੀ ਚੀਜ਼ ਤੇ ਫਿਰ ਅਖੀਰ 'ਚ ਇਹ ਕਹਿੰਦਾ ਕਿ ਐਕਚੁਅਲੀ ਨਾ ਇਹ ਹਰ ਇੱਕ ਤੋਂ ਇਹ ਚੀਜ਼ ਪ੍ਰੋਪਰ ਨਹੀਂ ਹੋ ਪਾਉਂਦੀ। ਇਹਦੇ ਲਈ ਕੋਈ ਸਪੈਸੀਫਿਕ ਬੰਦਾ ਜਿਹੜਾ ਐਕਸਪਰਟ ਆ ਉਹੀ ਕਰ ਸਕਦਾ ਹੈ। ਉਹ ਮਤਲਬ ਬੰਦੇ ਨੂੰ ਇੱਕ ਤਰ੍ਹਾਂ ਦੇ ਨਾਲ ਸਾਰਾ ਰਿਚੁਅਲ ਸਮਝਾ ਕੇ ਤੇ ਫਿਰ ਉਹਨੂੰ ਕਿਸੇ ਇੱਕ ਮੀਡੀਏਸ਼ਨ ਵਿੱਚ ਲਿਆ ਰਿਹਾ ਜਿਹਦੇ ਨਾਲ ਉਹਦੀ ਐਕਸਪਲੋਇਟੇਸ਼ਨ ਹੋ ਸਕੇ। ਇਸ ਸਮਾਜ ਦਾ ਵਰਤਾਰਾ ਪਹਿਲੇ ਦਿਨ ਤੋਂ ਰਿਹਾ ਹੈ। ਗੁਰੂ ਬਾਬਾ ਜੀ ਇਸ ਬਾਬਤ ਕਲੀਅਰ ਨੇ। ਮਹਾਰਾਜ ਕਹਿੰਦੇ ਦੇਖ, ਤੈਨੂੰ ਕਿਸੇ ਦੇ ਉੱਤੇ ਡਿਪੈਂਡੈਂਟ ਹੋਣ ਦੀ ਲੋੜ ਨਹੀਂ ਹੈ, ਤੇਰਾ ਕਲਿਆਣ ਆਪਣੇ ਆਪ ਹੋਏਗਾ। ਤੂੰ ਨਿਹਕਰਮੀ, ਤੈਨੂੰ ਕੋਈ ਸਪੈਸੀਫਿਕ ਕਰਮ ਕਰਨ ਦੀ ਲੋੜ ਨਹੀਂ ਹੈ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਅਸੀਂ ਸ਼ਬਦ ਦੇ ਆਸਥਾ ਰੱਖਣ ਵਾਲੇ ਹਾਂ। ਮਹਾਰਾਜ ਕਹਿੰਦੇ ਕਿ ਖਰੇ ਖਰੋਏ ਊਠਤ ਬੈਠਤ ਹਰ ਹਰ ਨਾਮ ਧਿਆਵੈ ਗੋ, ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਂਧਰ ਮੁਕਤ ਜਨਾਵੈ ਗੋ। ਬੜੀ ਸਟੇਟ ਫਾਰਵਰਡ ਮੁਕਤੀ ਹੈ ਤੁਹਾਡੇ ਵਾਸਤੇ, ਸੈਲਵੇਸ਼ਨ ਆ। ਸ਼ਬਦ ਆ ਖਰੇ ਖਰੋਏ ਉਠਤ ਬੈਠਤ, ਖਲੋਤਿਆਂ ਬਹਿੰਦਿਆਂ ਉੱਠਦਿਆਂ, ਜਿਵੇਂ ਤੈਨੂੰ ਅਹਿਸਾਸ ਲੱਗੇ। ਇਹਨੂੰ ਹੋਰ ਸਿੰਪਲ ਕਰਾਂ, ਮੈਨੂੰ ਯਾਦ ਆ ਜਦੋਂ ਸ਼ੁਰੂਆਤ ਵਿੱਚ ਇੱਥੇ ਮੈਂ ਸ਼ਹਿਰ ਵਿੱਚ ਆਇਆ ਤੇ ਸਾਡੇ ਇੱਥੇ ਪ੍ਰੋਫੈਸਰ ਉਦੇ ਸਿਓ ਹੁੰਦੇ ਸੀਗੇ ਤੇ ਉਹ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਸੀ। ਨੋ ਡਾਊਟ ਉਹਨਾਂ ਦਾ ਆਪਣਾ ਨੇਚਰ ਸੀਗਾ, ਬੜਾ ਸਖਤ ਸੀਗਾ। ਸਮਟਾਈਮ ਪੀਪਲ ਡੋਂਟ ਲਾਈਕ ਇਟ, ਪਰ ਉਹਨਾਂ ਦੀ ਜਿਹੜੀ ਸੇਵਾ ਹੈ ਉਹਨੂੰ ਸਲੂਟ ਕਰਨਾ ਪਏਗਾ। ਹਜ਼ਾਰਾਂ ਬੱਚਿਆਂ ਨੂੰ ਲੜੀਵਾਰ ਪੋਥੀਆਂ ਤੋਂ ਪਾਠ ਕਰਨ ਲਾ ਦਿੱਤਾ। ਇਵਨ ਆਮ ਨੋਟ ਏਬਲ ਟੂ ਐਕਚੁਅਲੀ ਰੀਡ ਲੜੀਵਾਰ ਪਾਠ ਇਨ ਵੈਰੀ ਕੈਨ ਸੇ ਬੜੇ ਫਲੂਐਂਟ ਵੇ ਦੇ ਨਾਲ। ਪਰ ਮੈਂ ਉਹਦੇ ਬੱਚੇ ਦੇਖੇ ਕਮਾਲ ਦੇ ਪੜ੍ਹਦੇ। ਉਹਨਾਂ ਦਿਨਾਂ 'ਚ ਕੁਝ ਪਰਿਵਾਰ ਨਾਲ ਇੰਟਰੈਕਸ਼ਨ ਵੀ ਹੋਈ ਤੇ ਕੁਝ ਪਰਿਵਾਰਾਂ ਨੇ ਕਿਹਾ ਕਿ ਭਾਈ ਸਾਹਿਬ ਗੱਲ ਇਹ ਹੈ, ਜਦੋਂ ਤੇ ਅਸੀਂ 6-7 ਸਾਲ ਦੇ ਤੇ ਚੱਕ ਕੇ ਲੈ ਜਾਂਦੇ ਸੀ ਪ੍ਰੋਫੈਸਰ ਸਾਹਿਬ ਕੋਲ, ਬਿਠਾ ਦਿੰਦੇ ਸੀ, ਉਹ ਪੜ੍ਹਾ ਦਿੰਦੇ ਸੀ, ਅਸੀਂ ਦੁਹਰਾ ਦਿੰਦੇ ਸੀ, ਕੰਮ ਬਣੀ ਜਾਂਦਾ ਸੀਗਾ। ਮੁਹਾਰਨੀ ਤੋਂ ਸ਼ੁਰੂ ਕੀਤਾ, ਹੁਣ ਹੋ ਗਏ 12-13 ਸਾਲ ਦੇ। ਹੁਣ ਗੱਲ ਇਹ ਹੈ ਆਲਮੋਸਟ ਸਾਡੇ ਜਿੱਡਾ ਸਰੀਰ ਹੋ ਗਿਆ ਇਹਨਾਂ ਦਾ, ਨਾ ਅਸੀਂ ਫੋਰਸਫੁਲੀ ਲਿਜਾ ਸਕਦੇ ਹਾਂ ਨਾ ਕੁਛ। ਹਾਲਤ ਇਹ ਬਣ ਗਈ ਹੈ ਵੀ
ਪਿੱਛੇ ਤੱਕ ਤੇ ਸਮੇਂ ਤੱਕ ਇਹਨਾਂ ਤੋਂ ਨਿਤਨੇਮ ਵੀ ਕਰਾਉਂਦੇ ਸੀ, ਸਭ ਚੀਜ਼ਾਂ ਹੁੰਦੀਆਂ ਸੀਗੀਆਂ। ਹੁਣ ਕੁਝ ਵੀ ਨਹੀਂ ਹੁੰਦਾ। ਸੋ ਤੁਸੀਂ ਕੁਝ ਸਾਡੀ ਹੈਲਪ ਕਰ ਸਕੋ। ਤੇ ਮੈਂ ਕਿਹਾ ਜੀ ਮੇਰੇ ਕੋਲ ਵੀ ਕੋਈ ਸਿਲਵਰ ਕੋਈ ਇਸ ਕਿਸਮ ਦੀ ਸਟਿਕ ਤੇ ਹੈ ਨਹੀਂ ਗੀ ਕਿ ਆਈ ਕੈਨ ਐਕਚੁਅਲੀ ਜਸਟ ਡੂ ਸਮ ਸੋਰਟ ਆਫ ਐਬਰਾ ਕਡੈਬਰਾ ਤੇ ਕੰਮ ਹੋ ਜਾਏਗਾ, ਬਟ ਵੀ ਵਿਲ ਟਰਾਈ ਉਸ ਤਰੀਕੇ ਨਾਲ। ਫਿਰ ਕੁਛ ਬੱਚਿਆਂ ਨਾਲ ਮੈਂ ਲਗਾਤਾਰ ਇੰਟਰੈਕਸ਼ਨ ਕੀਤੀ, ਕਾਫੀ ਸਮਾਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਪਤਾ ਇਹ ਲੱਗਾ ਕਿ ਬੱਚਿਆਂ ਨੇ ਇੱਕ ਚੀਜ਼ ਦੀ ਮੈਨੂੰ ਸ਼ਿਕਾਇਤ ਕੀਤੀ, ਕਹਿੰਦੇ ਕਿ ਅਸੀਂ ਨਾ we don't get any actually interesting kind of things or idea just repeating same thing every day. No, ਇੱਕ ਤੋਂ ਨੇ honestly ਮੈਨੂੰ ਕਿਹਾ ਵੀ ਆਹ ਗੱਲ ਆ, ਰੈਪੀਟੀਸ਼ਨ ਸਾਨੂੰ ਚੰਗੀ ਨਹੀਂ ਲੱਗਦੀ। ਇਸ ਕਿਸਮ ਦੀਆਂ ਸ਼ਿਕਾਇਤਾਂ ਕੀਤੀਆਂ। ਦੂਸਰਾ, whatever we are reading or reciting, most of actually we are not able to understand. ਹੁਣ ਦੋਨੋਂ ਬੜੀਆਂ ਲੈਜੀਟੀਮੇਟ ਗੱਲਾਂ ਸੀਗੀਆਂ ਉਹਨਾਂ ਦੀਆਂ। ਪਹਿਲੀ ਗੱਲ ਨੂੰ ਕਾਊਂਟਰ ਕਰਨ ਵਾਸਤੇ ਆਪਾਂ ਕਿਆ ਟਰਾਈ ਕੀਤੀ ਕਿ ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਨਾ ਕੁਝ ਚੇਂਜਸ ਲੈ ਕੇ ਆਉਂਦੇ ਹਾਂ। ਚੇਂਜਸ ਇਹ ਕਿ ਆਪਾਂ ਦੋਨੋਂ ਚੀਜ਼ਾਂ ਨੂੰ ਹੱਲ ਕਰ ਸਕਦੇ ਹਾਂ। ਆਪਾਂ ਕੁਝ ਟੀਕੇ ਲਿਆਉਂਦੇ ਹਾਂ। ਲਿਟਰਲੀ ਤੌਰ ਤੇ ਆਪਾਂ ਨੇ ਜਿਵੇਂ ਜਪਜੀ ਸਾਹਿਬ ਕੱਲੀ ਰਚਨਾ, ਕਈ ਟੀਕੇ ਨੇ ਇਹਦੇ, ਮਤਲਬ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ, ਭਾਈ ਵੀਰ ਸਿੰਘ ਜੀ ਨੇ ਲਿਖਿਆ, ਗਿਆਨੀ ਹਰਬੰਸ ਸਿੰਘ ਜੀ ਨੇ ਲਿਖਿਆ ਹੈਗਾ। ਜੇ ਤੁਸੀਂ ਨੌਨ ਸਿੱਖ ਸਕਾਲਰਸ ਨੂੰ ਵੀ ਦੇਖੋਗੇ ਤੇ ਉਹਦੇ 'ਚ ਵੀ ਤੁਹਾਨੂੰ ਮਿਲ ਜਾਏਗਾ। ਅਰਬਿੰਦੂ ਨੇ ਵੀ ਲਿਖਿਆ ਆ, ਰਜਨੀਸ਼ ਨੇ ਵੀ ਲਿਖਿਆ ਆ, ਈਵਨ ਇੰਗਲਿਸ਼ ਦੇ ਕੁਝ ਤੁਹਾਨੂੰ ਜਿਹੜਾ ਹੈਗਾ ਉਹ ਵੀ ਰਾਈਟਰਸ ਮਿਲ ਜਾਣਗੇ। ਮਕਾਲਫ ਨੇ ਕਾਫੀ ਹਿੱਸਾ ਲਿਖਿਆ ਇਹਦਾ। ਜੇ ਆਪਾਂ ਟ੍ਰੈਡੀਸ਼ਨਲ ਵੇ ਨਾਲ ਵੇਖੀਏ ਤੇ ਗਰਭਗੰਜਨੀ ਟੀਕਾ ਪਰ ਕਵਿਰਾਜ ਕਵੀ ਸੰਤੋਖ ਸਿੰਘ ਨੇ ਲਿਖਿਆ ਆ। ਸੋ ਆਪਾਂ ਉਹ ਟੀਕੇ ਲੈ ਕੇ ਤੇ ਆਪਾਂ ਹੋਰ ਕੁਝ ਨਹੀਂ ਕਰਦੇ। ਆਪਾਂ ਰੂਟੀਨ ਦੇ ਵਿੱਚ ਨਾ ਇੱਕ ਇੱਕ ਦੋ ਦੋ ਪੌੜੀਆਂ ਦੀ ਵਿਆਖਿਆ ਕੰਪੈਰੀਜ਼ਨ ਵਿੱਚ ਦੇਖਾਂਗੇ ਕਿ ਵੇਅਰ ਐਕਚੁਅਲੀ ਹੋਮ ਸਕਾਲਰ ਇਜ਼ ਕਮਿੰਗ ਫਰੋਮ, ਐਕਚੁਅਲੀ ਕਿਹੜੀ ਸਾਈਡ ਤੋਂ ਕਿਹੜਾ ਸਕਾਲਰ ਆ ਰਿਹਾ ਹੈਗਾ। ਸੋ ਇਹਦੇ ਨਾਲ ਇੱਕ ਤਰ੍ਹਾਂ ਦੇ ਨਾਲ ਵਿਚਾਰ ਦਾ ਇੱਕ ਬੱਚਿਆਂ ਨੂੰ ਆਸਪੈਕਟ ਸਮਝਾਉਣ ਦੀ ਟਰਾਈ ਕੀਤੀ। ਚੀਜ਼ ਕੁਝ ਤਬਦੀਲੀ ਵਿੱਚ ਆਈ, ਕੁਝ ਬਦਲਾਅ ਵਿੱਚ ਆਏ। ਜਿਹੜਾ ਧਰਮ ਦਾ ਕਰਮ ਆ ਇਹ ਸਿਰਫ ਤੇ ਸਿਰਫ ਕਿਸੇ ਖਾਸ ਉਸ ਟ੍ਰੈਡੀਸ਼ਨ ਨੂੰ ਫੋਲੋ ਕਰਨਾ ਨਹੀਂਗਾ। ਬਾਬਾ ਜੀ ਲਿਟਰਲੀ ਤੌਰ ਤੇ ਬਾਣੀ 'ਚ ਬਿਆਨ ਕਰਦੇ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ। ਐਂਡ ਗੋਲ ਜਿਹੜਾ ਆ, ਮੈਂ ਉਹਨਾਂ ਨੂੰ ਲਿਟਰਲੀ ਤੌਰ ਤੇ ਕਿਹਾ ਕਿ ਟੁਡੇ ਯੂ ਆਰ ਗੋਇੰਗ ਅਵੇ ਫਰੋਮ ਦੈਟ ਨਿਤਨੇਮ ਐਂਡ ਆਲ ਦੈਟ to do all these activities, but believe me, one day you're gonna come back on that side, because ਜਦੋਂ ਤੁਹਾਨੂੰ ਪਤਾ ਲੱਗੇਗਾ ਵੀ ਇਹ ਜਿਹੜੀ ਚੀਜ਼ ਆ ਇਹ ਵਾਕਿਆ 'ਚ ਜੀਵਨ 'ਚ ਉਲਾਸ ਤੇ ਚੜ੍ਹਦੀ ਕਲਾ ਪੈਦਾ ਕਰਦੀ। ਆਪਾਂ ਹੁਣ ਰਹਿ ਰਸ ਦੇ ਸ਼ਬਦ ਹੀ ਦੇਖੀਏ, ਜੇ ਆਪਾਂ ਨੂੰ ਅਹਿਸਾਸ ਹੋਏ ਕਿ ਸ਼ਬਦਾਂ ਦਾ ਸੀਕੁਐਂਸ ਕੀ ਹੈ। ਬਾਬਾ ਜੀ ਸ਼ੁਰੂ ਕਰਦੇ ਗੱਲ ਸੋ ਦਰ ਸੋ ਘਰ ਦੀ, ਫਿਰ ਥੋੜਾ ਅੱਗੇ ਵੱਧਦੇ ਆ। ਬਾਬਾ ਜੀ ਜਿਹੜਾ ਹੈਗਾ ਸੁਣ ਵੱਡਾ ਆਖੈ ਸਭ ਕੋਏ, ਇਸ ਕਿਸਮ ਦੀਆਂ ਬਾਤਾਂ ਉਹ 'ਚ ਪਾਈਆਂ ਗਈਆਂ ਨੇ। ਥੋੜਾ ਅੱਗੇ ਹੋਰ ਵੱਧਦੇ ਆ ਤੇ ਮਹਾਰਾਜ ਉਹਦੇ 'ਚ ਬਿਆਨ ਕਰਦੇ ਕਿ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ, ਉਹ ਕਨਸੈਪਟ ਲੈ ਕੇ ਆਉਂਦੇ। ਥੋੜਾ ਹੋਰ ਅੱਗੇ ਵੱਧਦੇ ਆ ਤੇ ਫਿਰ ਜਾ ਕੇ ਮਹਾਰਾਜ ਸੋ ਪੁਰਖ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ। ਇੱਕ ਸੀਕੁਐਂਸ ਹੈ ਪੂਰਾ ਦਾ ਪੂਰਾ। ਜਿਵੇਂ ਜਿਵੇਂ ਉਹਨੂੰ ਫੋਲੋ ਕਰਾਂਗੇ ਇੱਕ ਤਰ੍ਹਾਂ ਦੇ ਸੁਰਤਿਆਬ ਹੋਣ ਵਾਲੀ ਬਾਤ ਹੋ ਜਾਏਗੀ। then you gonna enjoy that, but until that ਆ ਚੀਜ਼ਾਂ ਉਹਦਾ ਬੇਸ ਤਿਆਰ ਕਰਨਗੀਆਂ। ਇੱਥੇ ਬਾਬਾ ਜੀ ਨੇ ਜਿਹੜੀ ਬਾਤ ਕੀਤੀ ਹੈਗੀ ਏ, ਮਹਾਰਾਜ ਕਹਿੰਦੇ ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ। ਅਗਲਾ ਬਚਨ ਹੈ ਅੰਤਰ ਤਤ ਗਿਆਨ ਹਉਮੈ ਮਾਰੇ। ਹਉਮੈ ਬੜੀ ਅਲਾਮਤ ਆ, ਮਤਲਬ ਮੇਰੀ ਗੱਲ ਨੂੰ ਕਾਊਂਟਰ ਕਰ ਦਿੱਤਾ, ਇੰਨੇ ਨਾਲ ਹੀ ਮੇਰੀ ਹਉਮੈ ਜਿਹੜੀ ਉਹ ਵੱਧ ਜਾਏਗੀ। ਉਹ ਕਹੇਗੀ ਵੀ ਜੋ ਮਰਜ਼ੀ ਹੋ ਜਾਏ। ਬੱਚਾ ਆ ਮਾਂ ਬਾਪ ਨੂੰ ਪਿਆਰ ਕਰਦਾ, ਮਾਂ ਬਾਪ ਨੇ ਕੋਈ ਗੱਲ ਮੰਨਣ ਦੀ ਬਜਾਏ ਅਪੋਜ਼ ਕਰ ਦਿੱਤੀ, ਇੰਨਾ ਬਹੁਤ ਹੈ ਬਸ। ਇੰਨੇ ਨਾਲ ਹੀ ਬਿਟਰਨੈਸ ਆ ਜਾਏਗੀ। ਕਿਉਂ? ਕਿਉਂਕਿ ਮੇਰੀ ਹਉਮੈ ਨੂੰ ਸੱਟ ਲੱਗ ਗਈ। ਭੈਣ ਭਰਾ ਆ, ਭਰਾ ਭਰਾ ਆ, ਭੈਣ ਭੈਣ ਆ, ਮਾੜੀ ਜਿਹੀ ਗੱਲ ਲੱਗ ਮੇਰੀ ਹਉਮੈ ਨੂੰ ਸੱਟ ਲੱਗ ਗਈ। ਬੜਾ ਔਖਾ ਕੰਮ ਆ। ਬਾਬਾ ਜੀ ਨੇ ਬਿਆਨ ਕੀਤਾ ਅੰਤਰ ਤਤ ਗਿਆਨ। ਜੇ ਤਤ ਦਾ ਗਿਆਨ ਆ ਜੇ, ਕੋਈ ਉਹਦੇ ਪਿੱਛੇ ਪਿਆ ਹੋਇਆ ਰੀਜ਼ਨ ਦਿਸ ਜੇ। ਰੀਜ਼ਨ ਕਈ ਵਾਰੀ ਠੀਕ ਵੀ ਨਹੀਂ ਹੋ ਸਕਦਾ। ਇਹ ਵੀ ਹੋ ਸਕਦਾ ਉਹ ਕਿਸੇ ਦੁਆਇਖ ਵਿੱਚ ਹੀ ਮੈਨੂੰ ਇਹ ਗੱਲ ਕਹਿ ਰਿਹਾ ਹੋਏ, ਪਰ ਮੈਨੂੰ ਪਤਾ ਲੱਗ ਜੇ ਤੇ ਮੈਨੂੰ ਅਹਿਸਾਸ ਹੋਏ ਕਿ ਇਹ ਦੁਆਇਖ ਦੀ ਬਿਰਤੀ ਚੋਂ ਇਹਦਾ ਆ ਰਿਹਾ ਬਿਹੇਵੀਅਰ, ਅਦਰਵਾਈਜ਼ ਇਹ ਠੀਕ ਹੈ। then I'm gonna have more love for that individual, ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਇਹ ਇੱਥੋਂ ਆ ਰਿਹਾ। ਇਹਨੂੰ ਸਾਹਿਬ ਕਹਿੰਦੇ ਅੰਤਰ ਤਤ ਗਿਆਨ ਹਉਮੈ ਮਾਰੇ, ਨਾਮ ਪਦਾਰਥ ਨੌਨਿਤ ਪਾਏ, ਤ੍ਰੈ ਗੁਣ ਮੇਟ ਸਮਾਵਣਿਆ।
ਨਾਮ ਦਾ ਪਦਾਰਥ 9 ਨਿਧਾਂ ਦੇ ਬਰਾਬਰ ਆ, ਬਹੁਤ ਵੱਡਾ ਖਜ਼ਾਨਾ ਆ। ਪਰ ਤ੍ਰੈ ਗੁਣ ਤੇਰਾ ਦੋਸ਼ ਦੀ ਵੀ ਗੱਲ ਆਉਂਦੀ ਹੈ, ਆਦ ਵਿਆਦ ਉਪਾਦ, ਤ੍ਰੈ ਗੁਣ ਰਜੋ ਤਮੋ ਤੇ ਸਦੋ। ਆਪਾਂ ਥੋੜੀ ਜਿਹੀ ਬਾਤ ਕੀਤੀ ਇੱਕ ਦਿਨ, ਮੈਨੂੰ ਯਾਦ ਆ, ਕਿਤੇ ਡਿਟੇਲ 'ਚ ਵੀ ਕਰ ਲਵਾਂਗੇ। ਪਰ ਉਹਨੂੰ ਸਾਹਿਬ ਕਹਿੰਦੇ ਮੇਟ ਸਮਾਵਣਿਆ, ਉਹਦਾ ਪ੍ਰਭਾਵ ਘਟੇਗਾ ਤਾਂ ਜਾ ਕੇ ਸਾਡੀ ਸੁਰਤ ਉਸ ਸੱਚ ਦੇ ਨਾਲ ਅਮਾ ਸਕੇਗੀ, ਸਚਿਆਰ ਹੋ ਸਕੇਗੀ। ਵੀ ਹੈਵ ਟੂ ਲੀਵ ਹੇਅਰ ਬਿਕੋਜ਼ ਟਾਈਮ ਜਿਹੜਾ ਹੈਗਾ ਹੋਰ ਪਰਮਿਟ ਨਹੀਂ ਕਰ ਰਿਹਾ ਸਾਨੂੰ। ਅੱਜ ਵਾਸਤੇ ਇੰਨੀਆਂ ਕੁ ਬੇਨਤੀਆਂ ਨਾਲ ਹੀ ਆਪਾਂ ਇੱਥੇ ਖਿਮਾ ਮੰਗਦੇ ਹਾਂ। ਭੁੱਲਾਂ ਗਲਤੀਆਂ ਨਾ ਚਤਾਰਿਓ। ਭਾਈ ਸਾਹਿਬ ਸਮੁੱਚੀ ਸਮਾਪਤੀ ਕਰਾਉਣਗੇ, ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।